गुरसेवा ते भगत कमाई, तब इहो मानस देही पाई। इस देही को सिमरै देव, सो देही भज हर की सेव। भजहो गोविंद भूल मत जाहो, मानस जन्म का यही लाहो। गुरु की सेवा ते सिमरन वास्ते परमेश्वर ने मनुखा शरीर बख्शिश किया। इस मनुखा शरीर नूं देवते भी लोचते हैं। परमेश्वर अगे बेनतियां करते हैं भी यह परमेश्वर सानू यह बख्शिश कर, किरपा कर भी असी भी मनुखा जन्म दे विच जाके तेरी बंदगी करिए, तेरी भगती करिए, तेरे दसे हुए मार्ग ते चलीए। ये देवी देवते भी आ भी आपां कहने फलाने दे विचों फलाना आ गया। कई छोटिया छोटिया बच्चियां दे विच कहने देवी आ गई। वो आउंदे इसे वजह करके है कि उन्हां नूं मनुखा शरीर नहीं मिलता। वो फिर किसी दे शरीर दे विच वड़ के फिर वो प्रभु की बंदगी करते हैं। साहब फरमान करते हैं कि ए बंदे, तेनू ये मनुखा जन्म बड़ियां ही घालना घाल के प्राप्त होया, पर तू अजाई गवारिया दुनियावी कंमां कारां दे विच लगा रहना। किते उहदे नाल बेईमानी कर ली, किते उहदे नाल बेईमानी कर ली। अपने आप नूं चतरा खवाउणा, पर चतर नहीं, तू पाप इकट्ठे कर रहा। कलगीधर पातशाह फरमान करते हैं, ए बंदे दसां नूहां दी किरत कर। किरत करके दसवंध गुरु लेखे ला। दसवंध गुरु ने दे वही। साहब फरमान करते हैं, दसवंध गुरु नह दे वही, झूठ बोल जो खाए। कहे गोबिंद सिंह लाल जी, तिसका किश ना वसाए। नंद लाल, मैं उहदा तवार नहीं करता सिख दा। जिहड़ा सिख दसवंध नहीं कढ़दा, दसवंध फिर होर भी लैके निकल जाता। जिहड़ा बंदा गुरु का दसवंध नहीं कढ़दा, फिर होर पैसा खे खराब हुंदा। जो बाबे के दाब ना देहा, तांते गह बाबर के लेहा। ये फिर जिहड़ा पैसा आउंदा है, इहदे विच धन के भागी चार है, धर्म चोर निरभाग। जे धर्म वाले पासे ना लग्या, चोर लै जाणगे। मुकदमे बीमारियां पै जाणगियां, जां अग्नि साड़ दूगी, जां कोई डाका पै जूगा। ये धन ने तो जाना है। तो जे तू गुरु का दसवंध कढ़दा रहेगा, फिर ये विचार होऊगा। दसवंध जरूरी है। सवासां दा दसवंध 24 घंटे दे विचों 2.5 घंटे दसवंध बनता है। तू दुनियावी कारज भी करने आ, कर तैनूं हटाउंदे नहीं, पर 2.5 घंटे का दसवंध जरूर कढ़। एक महीने दे विच 3 दिन बनते है दसवंध दे। वो 3 दिन गुरु लेखे ला। तू लाउणा, गुरु घर जाके झाड़ू फेर ला। इधर उधर नूं तो भजदा। तो जे किते सेवा चलती होवे,
ਕੋਸ਼ਿਸ਼ ਨਹੀਂ ਕਰਦਾ, ਕਹਿੰਦਾ ਮੇਰੇ ਕੱਪੜੇ ਲਿਬੜ ਜਾਣਗੇ। ਮੈਂ ਬੇਨਤੀ ਕਰ ਰਿਹਾ ਸੀ, ਇਹ ਮਨੁੱਖਾ ਜਨਮ ਸਤਿਗੁਰੂ ਤਾੜਨਾ ਕਰਦੇ ਆ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਏ। ਤੂੰ ਕਿੰਨੀਆਂ ਜੂਨਾਂ ਦੇ ਵਿੱਚ ਦੀ ਹੋ ਕੇ ਤੈਨੂੰ ਮਨੁੱਖਾ ਜਨਮ ਮਿਲਿਆ, ਤੇ ਮਨੁੱਖਾ ਜਨਮ ਤੂੰ ਬੇਅਰਥੀ ਗਵਾ ਰਿਹਾ। ਅਖਬਾਰ ਪੜ੍ਹਨ ਨੂੰ ਟਾਈਮ ਹੈਗਾ, ਟੈਲੀਵਿਜ਼ਨ ਦੇਖਣ ਨੂੰ ਟਾਈਮ ਹੈਗਾ, ਰੱਬ ਦਾ ਨਾਮ ਜਪਣ ਵਾਸਤੇ ਫਿਰ ਟਾਈਮ ਕੋਈ ਨਹੀਂ, ਬੇਲ ਹੀ ਨਹੀਂ ਲੱਗਦਾ। ਬਾਬਾ ਕਬੀਰ ਜੀ ਜ਼ਿਕਰ ਕਰਦੇ ਆ, ਰਾਮ ਸਿਮਰ ਪਛਤਾਹੇਗਾ ਮਨ, ਰਾਮ ਸਿਮਰ ਪਛਤਾਹੇਗਾ। ਘੁੱਟ ਸ਼ਰਾਬ ਦੀ ਪੀਤੀ, ਘਰ ਦੇ ਵਿੱਚ ਬੱਚਿਆਂ ਦੇ ਸਾਹਮਣੇ ਸ਼ਰਾਬ ਪੀਣੀ, ਇੰਜੋਏ ਕਰਨਾ। ਪਊਆ ਸ਼ਰਾਬ ਦਾ ਪੀ ਕੇ, ਇੱਕ ਮੈਂ ਸੰਗੀ ਦੀ ਗੱਲ ਕਰ ਰਿਹਾ, ਉਹ ਨਾਨਕਸਰ ਬਾਰੀ ਮੁਤਾਬਕ ਪ੍ਰਸ਼ਾਦਾ ਲੈ ਕੇ ਜਾਂਦਾ ਸੀ। ਉੱਥੇ ਖਿੜਕੀ ਦੇ ਵਿੱਚ ਲਾਈਨ ਲੱਗੀ ਹੋਈ ਸੀ, ਇੱਕ ਬੰਦਾ ਵੀ ਉੱਥੇ ਖੜਾ ਸੀਗਾ, ਬਾਰੀ ਮੁਤਾਬਕ ਉਹ ਪ੍ਰਸ਼ਾਦਾ ਫੜ। ਜਦੋਂ ਉਹ ਬੰਦਾ ਗਿਆ ਤੇ ਉਹਦਾ ਪ੍ਰਸ਼ਾਦਾ ਸਾਰਿਆਂ ਨੂੰ ਪਹਿਲਾਂ ਫੜ ਲਿਆ। ਉਹ ਜਦੋਂ ਬੰਦੇ ਦੀ ਵਾਰੀ ਆਈ, ਉਹ ਲੜ ਪਿਆ, ਕਹਿਣ ਲੱਗਾ ਤੁਸੀਂ ਇਹਦਾ ਪ੍ਰਸ਼ਾਦਾ ਕਿਉਂ ਪਹਿਲਾਂ ਫੜਿਆ, ਵਾਰੀ ਮੁਤਾਬਕ ਫੜੋ। ਕਹਿਣ ਲੱਗਾ ਨਹੀਂ, ਇਹ ਪੁਰਾਣਾ ਸੰਗੀ ਆ। ਕਹਿੰਦਾ ਸੰਗੀ ਕਾਹਦਾ ਇਹ, ਇੱਥੋਂ ਜਦੋਂ ਹੁਣ ਜਾਣਾ ਇਹਨੇ ਠੇਕੇ 'ਤੇ ਖੜ੍ਹ ਜਾਣਾ। ਉਹਦੇ ਪਊਆ ਸ਼ਰਾਬ ਦਾ ਲੈ ਕੇ ਪੀ ਕੇ ਪਊਆ ਉੱਥੇ ਸੁੱਟ ਦੇਣਾ ਤੇ ਭਾਂਡੇ ਲਿਆ ਕੇ ਘਰੇ ਚਲੇ ਜਾਣਾ। ਇਹੋ ਜਿਹੇ ਲੋਕ ਵੀ ਹੈਗੇ। ਉਹ ਫਿਰ ਸਾਡੇ ਜਿਹੜੇ ਹੈਗੇ ਦੂਸਰੇ, ਉਹਨਾਂ ਨੂੰ ਮੂਹਰਲੀ ਕਤਾਰ ਦੇ ਵਿੱਚ ਕੋਈ ਲਾਲਚ ਹੁੰਦਾ, ਪੈਸੇ ਦਾ ਲਾਲਚ, ਉਹਨੂੰ ਫਿਰ ਮੂਹਰਲੀ ਕਤਾਰ ਵਿੱਚ ਲੈ ਕੇ ਆਉਂਦੇ ਆ। ਸ਼ਰਾਬ ਦਾ ਕੀ ਆ, ਦੇਖੋ ਹੁਣ ਜਿਹੜੇ ਸ਼ਰਾਬ ਪੀਣ ਵਾਲੇ ਹੋ, ਸੁਣ ਲਓ, ਤੁਹਾਡੀ ਵੀ 4 ਤਰ੍ਹਾਂ ਦੀ ਅਵਸਥਾ ਹੈ। ਤੁਸੀਂ ਕਿਹੜੀ ਅਵਸਥਾ ਦੇ ਵਿੱਚ ਹੈ ਇਹ ਤੁਹਾਨੂੰ ਪਤਾ ਹੋ। ਪਊਆ ਪੀ ਕੇ ਬੋਲੇ ਬੁਲਬੁਲ, ਬੁਲਬੁਲ ਕਹਿੰਦੇ ਕੋਇਲ ਨੂੰ। ਪਊਆ ਸ਼ਰਾਬ ਦਾ ਪੀ ਕੇ ਫਿਰ ਕੋਇਲ ਵਾਂਗੂ ਮਿੱਠੇ ਮਿੱਠੇ ਬੋਲ ਬੋਲਦਾ। ਅਧੀਆ ਪੀ ਕੇ ਤੋਤਾ, ਲਿਖ ਲਿਓ ਮੇਰੀਆਂ ਗੱਲਾਂ ਇਹ, ਕਿਤੇ ਇੱਧਰੇ ਕੰਨ ਪਾਈ ਤੇ ਇੱਧਰੇ ਕੰਨ ਕੱਢਤੀ। ਇਹ ਪੀਣ ਵਾਲਿਆਂ ਦੀ ਅਵਸਥਾ ਦੱਸ ਰਿਹਾ ਮੈਂ। ਪਊਆ ਪੀ ਕੇ ਬੋਲੇ ਬੁਲਬੁਲ, ਅਧੀਆ ਪੀ ਕੇ ਤੋਤਾ। ਤੋਤੇ ਵਾਂਗੂ ਕੁਟਰ ਕੁਟਰ ਕਰਦਾ। ਫਿਰ ਜਦੋਂ ਉਦੋਂ ਵੀ ਵੱਧ ਜਾਂਦਾ ਕੰਮ, ਪੌੜੀ ਪੀ ਕੇ
ਬਣਦਾ ਬਾਂਦਰ। ਸ਼ਰਾਬ ਦਾ ਫਿਰ ਨਸ਼ਾ ਚੜ੍ਹ ਜਾਂਦਾ, ਫਿਰ ਐਂ ਝਾਕੀ ਜਾਂਦਾ ਵੀ ਉਹ ਕੌਣ ਲੰਘ ਗਿਆ, ਕਿਹੜੀ ਬੂੜੀ ਘਰੇ ਆਈ, ਕਿਹੜੀ ਗਈ, ਫਿਰ ਉੱਧਰ ਐਂ ਦੇਖਦਾ। ਬਾਂਦਰ ਦੀ ਤਰ੍ਹਾਂ ਫਿਰ ਐਂ ਇੱਧਰ ਉੱਧਰ ਧੌਣ ਘੁਮਾਉਂਦਾ ਅਤੇ ਬੋਤਲ ਪੀ ਕੇ ਖੋਤਾ। ਜਦੋਂ ਫਿਰ ਬੋਤਲ ਪੀ ਲੈਂਦਾ ਅਤੇ ਫਿਰ ਖੋਤੇ ਵਾਂਗੂ ਲਿਟਦਾ। ਸ਼ਰਾਬ ਪੀਣ ਵਾਲਿਓ, ਤੁਹਾਡੀ ਇਹ 4 ਤਰ੍ਹਾਂ ਦੀ ਅਵਸਥਾ ਹੈ। ਮੈਂ ਫਿਰ ਦੁਬਾਰਾ ਰਿਪੀਟ ਕਰਦਾ ਅਤੇ ਤੁਹਾਨੂੰ ਚੰਗੀ ਤਰ੍ਹਾਂ ਚੇਤਾ ਰਹਿ ਜਾਵੇ ਵੀ ਤੁਸੀਂ ਕਿਹੜੀ ਅਵਸਥਾ ਵਿੱਚ ਆ। ਪਊਆ ਪੀ ਕੇ ਬੋਲੇ ਬੁਲਬੁਲ, ਅਧੀਆ ਪੀ ਕੇ ਤੋਤਾ, ਪੌਣੀ ਪੀ ਕੇ ਬਣਦਾ ਬਾਂਦਰ, ਅਤੇ ਬੋਤਲ ਪੀ ਕੇ ਖੋਤਾ। ਨਾਮ ਜਪਣ ਦੀਆਂ ਵੀ 4 ਅਵਸਥਾ। ਜਿਹੜਾ ਨਾਮ ਜਪਣਾ ਪਰਾ, ਬਸੰਤੀ, ਮਾਧਰੀ ਅਤੇ ਬੈਖਰੀ, 4 ਤਰ੍ਹਾਂ ਨਾਲ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਅਜਰ ਅਮਰ ਇੱਕ ਨਾਮ ਹੈ, ਸਿਮਰਨ ਜੋ ਆਵੈ। ਬਾਬਾ ਕਬੀਰ ਜੀ ਜ਼ਿਕਰ ਕਰਦੇ ਹੈ, ਅਜਰ ਅਮਰ ਇੱਕ ਨਾਮ ਹੈ, ਸਿਮਰਨ ਜੋ ਆਵੈ। ਬਿਨ ਮੁਖੜਾ ਸੇ ਜਪ ਕਰੋ, ਨਹ ਜੀਵ ਡੁਲਾਵੈ। ਅੰਗ ਪੈਰ ਹਿੱਲਣੇ ਨਹੀਂ ਚਾਹੀਦੇ। ਮੁਰਦੇ ਸਮਾਨ ਹੋਵੇ। ਰੱਬ ਨਾਲ ਇੱਕਮਿਕਤਾ ਤਾਂ ਹੀ ਹੋਊਗਾ ਅਤੇ ਜੇਕਰ ਕੋਈ ਅੰਗ ਪੈਰ ਨਹੀਂ ਹਿਲਦਾ ਹੋਊਗਾ, ਅਤੇ ਜੇਕਰ ਕੋਈ ਅੰਗ ਪੈਰ ਹਿਲਾਉਂਦਾ ਫਿਰ ਹਾਲ ਅਵਸਥਾ ਕੱਚੀ ਹੈ। ਹੱਠ ਪੈਰ ਕਹਿ ਦਿੰਦੇ 24 ਘੰਟੇ। ਮੈਂ ਚਾਹੁੰ ਦਾ ਜ਼ਿਕਰ ਕਰ ਰਿਹਾ। ਇੱਧਰ ਵੀ 4 ਹੈ। ਪਹਿਲੇ ਪਹਿਰੇ ਸਭ ਕੋਈ ਜਾਗੇ। ਰਾਤ ਦੇ ਪਹਿਲੇ ਪਹਿਰ ਹਰ ਇੱਕ ਬੰਦਾ ਜਾਗਦਾ ਤੁਰਿਆ ਫਿਰਦਾ। ਪਹਿਲੇ ਪਹਿਰੇ ਸਭ ਕੋਈ ਜਾਗੇ ਅਤੇ ਦੂਜੇ ਪਹਿਰੇ ਭੋਗੀ ਗ੍ਰਸਤੀ। ਪਹਿਲੇ ਪਹਿਰੇ ਸਾਰੇ ਜਾਗਦੇ ਆ, ਦੂਜੇ ਪਹਿਰ ਦੇ ਵਿੱਚ ਗ੍ਰਸਤੀ ਜਾਗਦਾ, ਕਿਉਂਕਿ ਉਹਨੇ ਗ੍ਰਸਤ ਕਰਨਾ ਹੁੰਦਾ। ਤੀਜੇ ਪਹਿਰੇ ਤਸਕਰ ਜਾਗੇ। ਤਸਕਰ ਕਹਿੰਦੇ ਚੋਰ ਨੂੰ। ਅੱਧੀ ਰਾਤ ਨੂੰ ਫਿਰ ਚੋਰ ਜਾਗਦਾ। ਅਤੇ ਚੌਥੇ ਪਹਿਰੇ ਜੋਗੀ। ਰੱਬ ਦੀ ਭਗਤੀ ਕਰਨ ਵਾਲੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀ ਬੰਦਗੀ ਕਰਦੇ ਆ। ਕਈ ਤਾਂ ਮੈਂ ਐਸੇ ਦੇਖਿਆ 2-2 ਘੰਟੇ ਨਹਾਉਣ ਨੂੰ ਹੀ ਲਾ ਦਿੰਦੇ ਆ। ਜਿਹੜਾ ਅੰਮ੍ਰਿਤ ਵੇਲਾ ਉਹ ਖੁੱਝ ਜਾਂਦਾ। ਚੌਥੇ ਪਾਤਸ਼ਾਹ ਨੇ ਕਿੱਡੀ ਰਹਿਮਤ ਕੀਤੀ। ਸਤਿਗੁਰੂ ਗੁਰੂ ਰਾਮਦਾਸ ਨੇ, ਗੁਰ ਸਤਿਗੁਰ ਕਾਜੂ ਸਿੱਖ ਅਖਾਏ। ਭਲਕੇ ਉੱਠ ਹਰਨਾਮ ਤੇ ਆਏ। ਜਦੋਂ ਤੂੰ ਉੱਠੇ ਤੇਰੀ ਰਸਨਾ ਤੇ ਹੋਵੇ ਵਾਹਿਗੁਰੂ। ਇਕੱਲਾ ਵਾਹਿਗੁਰੂ ਵਾਹਿਗੁਰੂ ਨਹੀਂ ਕਰਨਾ, ਮੰਨਣਾ ਵੀ ਹੈ। ਇਹ 4 ਯੁੱਗਾਂ ਦੇ ਅਵਤਾਰਾਂ ਦਾ ਨਾਮ ਹੈ ਵਾਹਿਗੁਰੂ। ਜਿੱਥੇ ਕੋਈ ਦੂਸਰੀ ਕੋਈ ਗੱਲ ਆ ਜਾਂਦੀ ਹੈ ਉੱਥੇ ਫਿਰ ਵਾਹਿਗੁਰੂ ਕਹਿੰਦੇ ਲਾ ਇਹ ਤਾਂ ਰਾਵ ਤਾਂ ਹਿੰਦੂਆਂ ਦਾ, ਕ੍ਰਿਸ਼ਨ ਵੀ ਹਿੰਦੂਆਂ ਦਾ, ਉਹ ਮੁਸਲਮਾਨਾਂ ਦਾ, ਅਸੀਂ ਸਿੱਖ।
ਦਸ਼ਮੇਸ਼ ਪਿਤਾ ਨੇ ਤਾਂ ਹੁਕਮ ਕੀਤਾ, ਦੇਹਰਾ ਮਸੀਤ ਸੋਈ, ਪੂਜਾ ਉਹ ਨਿਵਾਜ ਹੋਈ। ਮੇਰੇ ਲਈ ਤਾਂ ਸਭ ਇੱਕ ਹੈ। ਕੋਈ ਪਾਠ ਕਰਦਾ। ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਉਪਦੇਸ਼ ਸੀ, ਰੱਬ ਦੀ ਬੰਦਗੀ ਕਰੋ, ਪੂਜਾ ਕਰੋ, ਨਵਾਜ਼ ਪੜ੍ਹੋ, ਪ੍ਰਾਰਥਨਾ ਕਰੋ ਜਾਂ ਨਾਮ ਜਪੋ। ਨਾਮ ਜਪਣ ਦਾ ਤੇ ਬਾਣੀ ਪੜ੍ਹਨ ਦਾ ਅੰਤਰ ਹੀ ਨਹੀਂ ਹੁਣ ਤੱਕ ਨਿਕਲਿਆ ਸਾਥੋਂ। ਮੈਂ ਇੱਕ ਦਿਨ ਰੇਡੀਓ ਲਾ ਲਿਆ, ਰੇਡੀਓ ਲਾ ਕੇ ਮੈਂ ਬੈਠਾ ਸੀ। ਮੇਰੇ ਮਨ ਦੇ ਵਿੱਚ ਚਾਅ ਸੀ ਕਿ ਸਤਿਗੁਰੂ ਉਹਨਾਂ ਦਾ ਆਗਮਨ ਪੁਰਬ ਹੈ, 9ਵੇਂ ਪਾਤਸ਼ਾਹ ਦਾ। ਮੇਰੇ ਕੋਲ ਹੋਰ ਵੀ 2 ਆ ਕੇ ਬਹਿ ਗਏ। ਜੋ ਸ਼ਾਮ ਦੇ ਟਾਈਮ ਕੀਰਤਨ ਸੁਣਿਆ, ਉਹ ਰਾਗੀ ਨੇ ਸ਼ਬਦ ਪੜ੍ਹਤਾ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਮੈਂ ਕਿਹਾ ਉਹ ਮਰਗ ਦੇ ਸ਼ਬਦ ਪੜ੍ਹਦਾ ਇਹ। ਲਿਆ ਅਵਤਾਰ ਹੈ, ਦੁਨੀਆ ਦਾ ਮਾਲਕ ਆਇਆ, ਇਹ ਮਰਗ ਦੇ ਸ਼ਬਦ ਪੜ੍ਹੀ ਜਾਂਦਾ। ਮੈਂ ਕਿਹਾ ਰੇਡੀਓ ਬੰਦ ਕਰੋ। ਕਹਿੰਦੇ ਇਹ ਕੀਰਤਨ ਸੁਣਨਾ ਨਹੀਂ। ਮੈਂ ਕਿਹਾ ਨਹੀਂ, ਇਹੋ ਜਿਹਾ ਕੀਰਤਨ ਨਹੀਂ ਸੁਣਨਾ। ਖੁਸ਼ੀ ਦੇ ਦਿਨ ਦੇ ਵਿੱਚ ਇਹ ਗਮੀ ਇਹ ਕਿਉਂ ਸੁਣਾਉਂਦਾ? ਇਹਨੂੰ ਕੀ ਅਧਿਕਾਰ ਹੈ? ਸ੍ਰੀ ਦਰਬਾਰ ਸਾਹਿਬ ਸਭ ਤੋਂ ਉੱਚਾ ਅਸਥਾਨ ਹੈ, ਉੱਥੇ ਤਾਂ ਸਾਰੀ ਗੁਰਮਤਿ ਹੋਣੀ ਚਾਹੀਦੀ ਹੈ, ਔੜ ਦੀ ਖੁਸ਼ੀ ਹੋਣੀ ਚਾਹੀਦੀ ਹੈ। ਵਿਆਹ ਹੋਵੇ ਮਹੀਨਾ ਪਰ ਪਹਿਲਾਂ ਤਿਆਰੀਆਂ ਸ਼ੁਰੂ ਕਰ ਲੈਂਦੇ ਆ, ਤੇ ਅਸੀਂ ਨਹੀਂ ਕਰ ਸਕਦੇ? ਪਹਿਲਾਂ ਤੋਂ ਹੀ ਆਗਮਨ ਦੀਆਂ ਆਉਣ ਦੇ ਸ਼ਬਦ ਮੈਂ ਬੇਨਤੀ ਕਰ ਰਿਹਾ ਸੀਗਾ, ਸਾਡੇ ਜਿਹੜੇ ਵਿਚਾਰ ਇਹ ਬਦਲਦੇ ਤੁਰੇ ਜਾਂਦੇ ਆ। ਇਹ 4 ਅਵਸਥਾ ਹੈ। 4 ਅਵਸਥਾ ਜਿਹੜੀਆਂ ਹੈਗੀਆਂ ਇਹ ਚੱਲਦੀਆਂ। ਸ਼ਰਾਬ ਪੀਣ ਵਾਲਾ ਦੀ ਅਲੱਗ ਅਵਸਥਾ, ਸ਼ਾਇਦ ਮੈਨੂੰ ਬੁਰਾ ਭਲਾ ਹੀ ਕਹਿਣ, ਪਰ ਨਹੀਂ, ਮੈਂ ਤਾਂ ਸੱਚੀ ਗੱਲ ਕਹਿਣੀ ਹੈ, ਕਹਿ ਦੇਣੀ। ਤੁਹਾਨੂੰ ਚੰਗੀ ਲੱਗਦੀ ਹੈ ਜਾਂ ਮਾੜੀ ਲੱਗਦੀ ਹੈ, ਇਹ ਤੁਸੀਂ ਜਾਣੋ। ਜੋ ਮੇਰੇ ਮਾਲਕ ਦਾ ਉਪਦੇਸ਼ ਹੈ ਉਹ ਮੈਂ ਤੁਹਾਨੂੰ ਸੁਣਾ ਰਿਹਾ। ਅੱਜ ਮੈਂ ਬਹੁਤਾ ਵਿਸਥਾਰ ਨਾਲ ਨਹੀਂ ਜਾਣਾ। ਅਸੀਂ ਮਾਲਕ ਤੋਂ ਦੂਰ ਹੁੰਦੇ ਜਾਂਦੇ ਹਾਂ। ਮਾਲਕ ਦੇ ਨੇੜੇ ਹੋਵੋ। ਮਾਲਕ ਦੇ ਨੇੜੇ ਕਦੋਂ ਹੋਵੋਗੇ? ਜਦੋਂ ਤੁਸੀਂ ਮਾਲਕ ਨੂੰ ਚੇਤੇ ਕਰੋਗੇ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਬਾਕੀ ਸਾਰੇ ਕੰਮਾਂ ਦਾ ਚੇਤਾ, ਜਿਹੜਾ ਗੁਰੂ ਘਰ ਦਸਵੰਧ ਆ 2.5 ਘੰਟੇ ਦਾ, ਉਹਦਾ ਕੋਈ ਚੇਤਾ ਨਹੀਂ, ਭੁਲਾ ਕੇ ਬਹਿ ਜਾਂਦਾ। ਅਸੀਂ ਲੋਕ ਮਾਲਕ ਨੂੰ ਯਾਦ ਕਰੀਏ। ਮਾਲਕ ਨੇ ਸਾਡੇ 'ਤੇ ਕਿਰਪਾ ਕੀਤੀ। 9ਵੇਂ ਪਾਤਸ਼ਾਹ ਕਹਿੰਦਾ, ਮਹਾਰਾਜ ਜੇ ਅੰਮ੍ਰਿਤ ਵੇਲਾ ਅੱਖ ਨਾ ਖੁੱਲ੍ਹੇ, ਬੇਨਤੀ ਕੀਤੀ ਸਿੱਖ ਨੇ ਵੀ ਫੇਰ ਕੀ ਕਰੇ? ਸਤਿਗੁਰੂ ਹੱਸ ਪਏ ਤੇ ਨਾਲੇ ਕਹਿਣ ਲੱਗੇ, ਚੇਤਾ ਹੀ ਤਾਂ ਚੇਤ। ਜੇ ਅੰਮ੍ਰਿਤ ਵੇਲੇ ਖੁੰਝ ਗਿਆ, ਜਦੋਂ ਤੇਰੀ ਅੱਖ ਖੁੱਲੀ ਉਦੋਂ ਹੀ ਚੇਤ ਲਾ।
ਉਦੋਂ ਹੀ ਸਿਮਰਨ ਕਰ ਲਾ। ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਸਤਿਗੁਰੂ ਫਰਮਾਉਂਦੇ, ਸਿਮਰਨ ਤੇ ਲਾਗੈ ਜਿਸ ਆਪ ਦਇਆਲਾ। ਸਿਮਰਨ ਦਾ ਰਸਤਾ ਉਹ ਫੜਦਾ ਜੀਤੇ ਪਰਮੇਸ਼ਰ ਕਿਰਪਾ ਕਰੇ। ਪਰਮੇਸ਼ਰ ਉਹਦੇ ਗੁਣ ਗਾਉਂਦਾ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਅਰਜਨ ਨੇ ਪੁੱਛਿਆ ਕਿ ਮਹਾਰਾਜ, ਤੁਸੀਂ ਸਮਾਧੀ ਲਾਈ ਬੈਠੇ ਆ, ਤੁਸੀਂ ਕਿਹਨੂੰ ਧਿਆਉਂਦੇ ਆ? ਅਸੀਂ ਤਾਂ ਚਲੋ ਤੁਹਾਨੂੰ ਧਿਆਉਂਦੇ ਆ, ਤੁਹਾਡੇ ਚਰਨਾਂ ਨਾਲ ਜੁੜਦੇ ਆ। ਮਹਾਰਾਜ ਕਹਿਣ ਲੱਗੇ, ਅਰਜਨ, ਮੈਂ ਆਪਣੇ ਭਗਤਾਂ ਨਾਲ ਜੁੜਦਾ। ਭਗਤ ਮੇਰੇ ਨਾਲ ਜੁੜਦੇ ਆ, ਮੈਂ ਆਪਣੇ ਭਗਤਾਂ ਨਾਲ ਜੁੜਦਾ। ਕਹਿੰਦਾ, ਮਹਾਰਾਜ ਕੋਈ ਦ੍ਰਿਸ਼ਟਾਂਤ ਤਾਂ ਦਿਓ, ਕਿਹੜਾ ਤੁਹਾਡਾ ਭਗਤ ਆ? ਭਗਵਾਨ ਜੀ ਕਹਿਣ ਲੱਗੇ, ਜੰਗਲ ਦੇ ਵਿੱਚ ਦੇਖ, ਜਾ ਉੱਥੇ ਦੇਖ ਕੇ ਆ, ਇੱਕ ਸ਼ੇਰ ਸਮਾਧੀ ਲਾਈ ਬੈਠਾ, ਉਹ ਮੇਰੇ ਚਰਨਾਂ ਨਾਲ ਜੁੜਿਆ ਬੈਠਾ। ਸੱਤਵੇਂ ਪਾਤਸ਼ਾਹ ਲਾਂਗਰੀ ਨੇ ਪ੍ਰਸ਼ਾਦਾ ਤਿਆਰ ਕੀਤਾ, ਆ ਕੇ ਬੇਨਤੀ ਕੀਤੀ, ਮਹਾਰਾਜ ਵੀ ਦੁਪਹਿਰ ਦਾ ਟਾਈਮ ਹੋ ਗਿਆ, ਵੀ ਆਪ ਜੀ ਭੋਗ ਲਾਓ ਅਤੇ ਸੰਗਤ ਨੂੰ ਵਰਤਾਈਏ। ਨਾਨਕਸਰ ਦੇ ਵਿੱਚ ਇਹ ਮਰਜ਼ਾਦਾ ਹੁਣ ਤੱਕ ਪ੍ਰਚਲਿਤ ਹੈ। ਪਹਿਲਾਂ ਭੋਗ ਗੁਰੂ ਸਾਹਿਬਾਂ ਨੂੰ ਲੱਗਦਾ ਅਤੇ ਫਿਰ ਸੰਗਤ ਦੇ ਵਿੱਚ ਵਰਤਾਇਆ ਜਾਂਦਾ। ਮਰਜ਼ਾਦਾ ਹੁਣ ਕਾਇਮ ਹੈ। ਸਤਿਗੁਰੂ ਹੱਥ ਖੜਾ ਕਰ ਦੇਣ, ਉੱਠਣ ਹੈ ਨਾ। ਕਹਿਣ ਲੱਗੀ, ਲਾਂਗਰੀ ਬੜਾ ਹੈਰਾਨ ਵੀ ਮਹਾਰਾਜ ਪਦਾਰਥ ਠੰਡੇ ਹੋ ਜਾਣੇ ਆ, ਸ਼ਾਮਾਂ ਪੈ ਗਈਆਂ। ਤਾਂ ਸਤਿਗੁਰੂ ਸਮਾਧੀ 'ਚੋਂ ਉੱਠੇ। ਮਹਾਰਾਜ ਸੰਗਤ ਭੁੱਖੀ ਹੈ, ਜੇ ਆਪ ਜੀ ਭੋਗ ਲਾਓਗੇ ਤਾਂ ਹੀ ਸੰਗਤ ਨੂੰ ਵਰਤਾਈਏ। ਸਾਡੇ ਤਾਂ ਇੱਥੇ ਕਹਿੰਦੇ, ਮਹਾਰਾਜ ਕਿਹੜਾ ਖਾਂਦਾ? ਮਹਾਰਾਜ ਨੂੰ ਪੁੱਛਣ ਦੀ ਲੋੜ ਕੀ ਹੈ? ਜੋ ਬਿਨ ਸਤਿਗੁਰ ਸੇਵੇ, ਖਾਂਦੇ ਪਹਿਨਦੇ, ਖਾਂਦੇ ਆ ਜਾਂ ਕੱਪੜਾ ਪਹਿਨਦੇ ਆ, ਸੇ ਮੂਏ ਮਰ ਜੰਮੇ ਕੋੜੇ। ਗੁਰੂ ਨਾਨਕ ਦਾ ਸ਼ੁਕਰਾਨਾ ਕਰੋ, ਗਰੀਬ ਨਵਾਜ, ਇਹ 36 ਪਦਾਰਥ ਤੂੰ ਬਖਸ਼ਿਸ਼ ਕੀਤੇ। ਆਪ ਜੀ ਭੋਗ ਲਾਓ। ਤੇਰੀ ਜ਼ੁਬਾਨ ਥੱਕਦੀ ਹੈ। ਕੱਪੜਾ ਕੋਈ ਲਿਆਂਦਾ ਗਰੀਬ ਨਵਾਜ ਤਨ ਢੱਕਣ ਵਾਸਤੇ, ਆਪ ਜੀ ਨੇ ਬਖਸ਼ਿਸ਼ ਕੀਤੀ। ਉਹ ਰੱਬ ਦਾ ਸ਼ੁਕਰਾਨਾ ਕਰੋ। ਸੰਗਤ ਨੇ ਬੇਨਤੀ ਕੀਤੀ ਵੀ ਮਹਾਰਾਜ ਕੀ ਕੌਤਕ ਸੀ? ਕਹਿਣ ਲੱਗੇ, ਕਾਬਲ ਦੇ ਵਿੱਚ ਭਾਈ ਗੋਂਦਾ, ਉਹ ਦੁਪਹਿਰ ਦੇ ਟਾਈਮ ਸਾਡੇ ਚਰਨ ਫੜ ਕੇ ਬਹਿ ਗਿਆ। ਬਿਰਤੀ ਲੱਗ ਗਈ ਕਿਤੇ, ਨਾ ਉਹ ਚਰਨ ਛੱਡੇ ਤੇ ਨਾ ਮੈਂ ਉੱਠਾ। ਸੰਗਤ ਬੜੀ ਹੈਰਾਨ ਹੋਈ। ਥੋੜ੍ਹੇ ਦਿਨਾਂ ਬਾਅਦ ਫਿਰ ਦਰਸ਼ਨ ਕਰਨ ਵਾਸਤੇ ਭਾਈ ਗੋਂਦਾ ਜੀ ਆਏ। ਸੰਗਤ ਨੇ ਪੁੱਛਿਆ, ਉਹ ਕਹਿਣ ਲੱਗਾ, ਬੈਠੇ ਬੈਠੇ ਹੀ ਦੁਪਹਿਰ ਦੇ ਟਾਈਮ ਕਹਿੰਦਾ ਲਿਵ ਲੱਗ ਗਈ ਮਹਾਰਾਜ ਦੇ ਚਰਨਾਂ ਨਾਲ। ਉਹ ਕਹਿੰਦਾ, ਤੂੰ ਤਾਂ ਸੰਗਤ ਹੀ ਭੁੱਖੀ ਮਾਰਤੀ। ਕਹਿੰਦਾ, ਇਹ ਮੈਂ ਸੋਚਿਆ ਨਹੀਂ ਸੀਗਾ, ਮੈਂ ਤਾਂ ਆਪਣਾ ਹੀ ਸੋਚਿਆ ਵੀ ਲਿਵ ਲੱਗ ਗਈ ਅਤੇ ਲੱਗ ਗਈ। ਸੋ ਗੁਰਮੁਖੋ, ਜਿਹੜਾ ਸਰੀਰ ਹੈ ਇਹ ਪਰਮੇਸ਼ਰ ਨੇ ਇਹ ਬਖਸ਼ਿਸ਼ ਕੀਤਾ ਤੁਹਾਨੂੰ ਐਸ਼ ਆਰਾਮ ਕਰਨ ਵਾਸਤੇ ਨਹੀਂ। ਮਨੁੱਖਾ ਜਨਮ ਮਿਲਿਆ ਪਰਮੇਸ਼ਰ ਦੀ ਬੰਦਗੀ ਵਾਸਤੇ। ਇਹਨੂੰ ਐਵੇਂ ਨਾ ਆਜਾਈ ਗਵਾਓ
ਪਰਮੇਸ਼ਰ ਦਾ 2.5 ਘੰਟੇ ਦਾ ਦਸਵੰਧ, ਮਾਇਆ ਦਾ ਦਸਵੰਧ ਤੇ ਦਿਨਾਂ ਦਾ ਦਸਵੰਧ। ਕਿਸੇ ਗੁਰੂ ਘਰ ਦੇ ਵਿੱਚ ਝਾੜੂ ਫੇਰ ਲਓ, ਜੋੜੇ ਸਾਫ਼ ਕਰ ਲਓ ਸੰਗਤ ਦੇ, ਕੋਈ ਨਾ ਕੋਈ ਕੰਮ ਕਰੋ। ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕਟਿਆ ਮੈਲ ਸਾਧ ਸੰਗ ਬੁੱਠਿਆਂ। ਸੰਗਤ ਦੇ ਵਿੱਚ ਜਾਓਗੇ ਤੁਹਾਨੂੰ ਕੋਈ ਨਾ ਕੋਈ ਫਲ ਪ੍ਰਾਪਤ ਹੋਊਗਾ, ਰੱਬ ਦਾ ਰਸਤਾ ਪ੍ਰਾਪਤ ਹੋਊਗਾ। ਔਰ ਸਾਡੇ ਇੱਥੇ ਮੈਂ ਦੇਖਿਆ ਗੁਰੂ ਅਸਥਾਨਾਂ 'ਤੇ ਵੀ ਜਾਂਦੇ, ਇਕੱਲਾ ਮੱਥਾ ਹੀ ਟੇਕਦੇ, ਬਾਕੀ ਨਹੀਂ ਹੈ। ਉਹ ਰਾਗੀ ਸਿੰਘ ਵਿਚਾਰੇ ਕੀਰਤਨ ਕਰਦੇ ਆ, ਉਹਨਾਂ ਦਾ ਕੋਈ ਕੀਰਤਨ ਨਹੀਂ ਸੁਣਦਾ, ਕੋਈ ਕਥਾ ਨਹੀਂ ਸੁਣਦਾ। ਨਾਨਕਸਰ ਵੀ ਇਸੇ ਤਰ੍ਹਾਂ ਹੀ ਹੈ। ਮੱਥਾ ਟੇਕਣਾ ਇਹ ਧਰਮ ਸਮਝਦੇ ਆ ਵੀ ਮੱਥਾ ਟੇਕ ਜਾਂਦਾ ਨਾਨਕਸਰ। ਘੰਟਾ ਅੱਧਾ ਘੰਟਾ ਗੁਰੂ ਕੇ ਹਜ਼ੂਰ ਬੈਠ ਕੇ ਤੁਸੀਂ ਕੀਰਤਨ ਸਰਵਣ ਕੀਤਾ ਜਾਂ ਪਾਠ ਸਰਵਣ ਕੀਤਾ ਜਾਂ ਕੋਈ ਝਾੜੂ ਫੇਰਿਆ, ਸੰਗਤ ਦੇ ਜੋੜੇ ਝਾੜੇ, ਕੀ ਕੀਤਾ? ਮੈਂ ਗਿਆ ਸੀ, ਮੈਂ ਮੱਥਾ ਟੇਕ ਆਉਂਦਾ। ਉੱਥੇ ਕੋਈ ਮਰਗ ਹੋ ਜੇ, ਉਹ ਬਜ਼ੁਰਗ ਕਹੂਗਾ ਉਹ ਫਲਾਨਿਆਂ ਦੇ ਮਰਗ ਹੋ ਗਈ, ਉਹ ਜਾਈਓ ਉੱਥੇ ਰੁਪਈਆ ਮੱਥਾ ਟੇਕ ਆਈ, ਰੱਬ ਰੁਪਈਏ ਦਾ ਭੁੱਖਾ। ਸਾਡਾ ਜਿਹੜਾ ਮੱਤ ਹੈ ਕਿੱਧਰ ਨੂੰ ਜਾ ਰਿਹਾ ਹੈ? ਇਸਲਾਮ ਮਤ ਦੇ ਵਿੱਚ ਮੈਂ ਕਈ ਵਾਰੀ ਬੈਠਾ ਸੋਚਦਾ ਹੁੰਦਾ, ਭਗਵਾਨ ਮਹਾਵੀਰ ਲਾੜ ਭਗਵਾਨ ਲਾਉਣਗੇ, ਭਗਵਾਨ ਸ਼੍ਰੀ ਰਾਮ ਚੰਦਰ ਜੀ ਨਾਲ ਭਗਵਾਨ ਲਾਇਆ ਉਹਨਾਂ ਨੇ, ਭਗਵਾਨ ਸ਼੍ਰੀ ਕ੍ਰਿਸ਼ਨ ਜੀ, ਭਗਵਾਨ ਲਾਉਂਦੇ ਆ। ਤੇ ਸਾਡੇ ਜੇ ਭਗਵਾਨ ਕਹਿਤਾ ਇੱਕ ਨਾਨਕ ਸਰ ਹੈ, ਬਾਬੇ ਨੰਦ ਸਿੰਘ ਦੀ ਚਲਾਈ ਹੋਈ ਮਰਜ਼ਾਦਾ, ਜਿੱਥੇ ਕਿ ਕਿਹਾ ਜਾਂਦਾ ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ। ਗੁਰੂ ਅਸਥਾਨਾਂ ਦੀ ਮੈਂ ਨਿੰਦਿਆ ਨਹੀਂ ਕਰਦਾ, ਗੁਰੂ ਅਸਥਾਨਾਂ ਦੇ ਉੱਤੇ ਤਾਂ ਗੁਰੂ ਨਾਨਕ ਦਾ ਕੋਈ ਨਾਂ ਹੀ ਨਹੀਂ ਲੈਂਦਾ। ਅਰਦਾਸ ਦੇ ਟਾਈਮ ਤਾਂ ਜ਼ਰੂਰ ਲੈ ਲੈਂਦੇ, ਅੱਗੋਂ ਪਿੱਛੇ ਤਾਂ ਨਾਂ ਹੀ ਨਹੀਂ ਕੋਈ ਲੈਂਦਾ। ਜਨਮ ਸਾਖੀ ਵਿੱਚ ਜਿਹੜੀ ਮਰਜ਼ੀ ਸਾਖੀਆਂ ਪੜ੍ਹ ਲਓ, ਗੁਰੂ ਨਾਨਕ ਚੇਤੇ ਆ ਜੇ ਪਾਪ ਸਮਝੇ ਪਾਪ, ਜੇ ਹੋਰ ਕੋਈ ਚੇਤੇ ਆ ਜੇ ਫਿਰ ਬੜਾ ਖੁਸ਼ ਹੁੰਦੇ ਆ। ਮੈਂ ਕਿਸੇ ਸੰਤ ਦੇ ਖਿਲਾਫ ਨਹੀਂ ਹਾਂ, ਸੰਤਾਂ ਦੀ ਪੂਜਾ ਵੱਧ ਹੋ ਰਹੀ ਹੈ। ਇੱਕ ਨਾਨਕਸਰ ਦੇ ਵਿੱਚ ਬੈਠ ਕੇ ਬਾਬੇ ਨੰਦ ਸਿੰਘ ਨੇ ਗੁਰੂ ਨਾਨਕ ਦੀ ਪੂਜਾ ਕਰਾਈ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਨਾਨਕ ਨਾਮ ਆਰਾਧ ਬਾਣੀ ਕਹਿੰਦੀ ਹੈ, ਮੈਂ ਨਹੀਂ ਕਹਿ ਰਿਹਾ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਾਰਿਆਂ ਨੂੰ ਵੱਡਾ। ਗੁਰੂ ਨਾਨਕ ਸਾਰਿਆਂ ਨਾਲੋਂ ਵੱਡਾ। 9 ਪਾਤਸ਼ਾਹੀਆਂ ਵੀ ਹੋਈਆਂ ਗੁਰੂ ਨਾਨਕ ਦੀਆਂ ਬਖਸ਼ੀਆਂ ਹੋਈਆਂ, ਆਪਣੇ ਆਪ ਨਹੀਂ ਹੋ ਗਏ। ਗੁਰੂ ਅੰਗਦ ਸਾਹਿਬ ਨੂੰ ਗੁਰੂ ਬਣਾਇਆ ਕਿਹਨੇ? ਗੁਰੂ ਨਾਨਕ ਨੇ। ਗੁਰੂ ਨਾਨਕ ਨੂੰ ਗੁਰੂ ਕਿਹਨੇ ਬਣਾਇਆ? ਕਿਸੇ ਨੇ ਵੀ ਨਹੀਂ। ਜਾਹਰ ਪੀਰ ਜਗਤ ਗੁਰ ਬਾਬਾ, ਦੁਨੀਆ ਨੂੰ ਸਮਝਾਉਣ ਵਾਸਤੇ ਆਇਆ ਸੀ ਗੁਰੂ ਨਾਨਕ। ਇਕੱਲੇ ਇੱਕ ਨੂੰ ਨਹੀਂ, ਸਾਰਿਆਂ ਨੂੰ ਸਮਝਾਇਆ ਕਿ ਹਿੰਦੂ ਕਿ ਮੁਸਲਮਾਨ ਕਿ ਈਸਾਈ, ਈਸਾਈ ਮਤ ਦੇ ਵਿੱਚ ਦੇਖ ਲਓ, ਉਹ ਪ੍ਰਭੂ ਯਿਸੂ ਕਹਿਣਗੇ।
ਤੇ ਸਾਡੇ ਜੇ ਕਹਿ ਦਈਏ ਇਹ ਕਹਿਣਗੇ ਗੁਰੂ ਨਾਨਕ ਨੂੰ ਰੱਬ ਕਹਿਤਾ ਇਹਨਾਂ ਨੇ। ਰੱਬ ਤਾਂ ਹੈਗਾ, ਉਹਦਾ ਕੋਈ ਆਕਾਰ ਹੀ ਹੈ ਨਹੀਂਗਾ। ਬੜੇ ਔਖੇ ਔਖੇ ਝਾਕਦੇ। ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆ ਜਾ ਰਬਾਬ ਲਿਆ। ਭੈਣ ਨਾਨਕੀ ਤੋਂ ਪੈਸੇ ਲੈ ਲਾ, ਰਬਾਬ ਲਿਆ। ਕਹਿੰਦਾ ਬਾਬਾ ਮੈਨੂੰ ਵਜਾਉਣੀ ਤਾਂ ਆਉਂਦੀ ਨਹੀਂ। ਉਹ ਕਹਿੰਦਾ ਤੂੰ ਰਬਾਬ ਤਾਂ ਲਿਆ। ਕਿੱਥੋਂ ਲਿਆਵਾਂ? ਸ਼ਹਿਰ ਨਹੀਂ, ਇੱਧਰ ਜੰਗਲਾਂ ਨੂੰ ਚੱਲ। ਉੱਥੇ ਬੰਦਾ ਇੱਕ ਨਾ ਰਬਾਬ ਲਈ ਬੈਠਾ, ਗੰਧਰਵ ਸੀ, ਇੰਦਰਪੁਰੀ ਦੇ ਵਿੱਚੋਂ ਆਇਆ ਸੀ। ਅੱਗੇ ਜਦੋਂ ਗਿਆ ਮਰਦਾਨਾ, ਵਾਕਿਆ ਹੀ ਉਹ ਰਬਾਬ ਲਈ ਬੈਠਾ। ਉਹ ਤਾਂ ਰਬਾਬ ਜਾਂਦੀ। ਕਹਿਣ ਲੱਗਾ ਬਾਬਾ ਇਹ ਵੱਜਦੀ ਕਿੱਦਾਂ? ਕਹਿਣ ਲੱਗਾ ਤੂੰ ਐਂ ਕਰ, ਰਬਾਬ 'ਤੇ ਹੱਥ ਰੱਖ, ਇਹ ਵੱਜੂਗੀ ਆਪੇ ਹੀ। ਕਹਿੰਦਾ ਜੀ ਫਿਰ ਮੈਂ ਸ਼ਬਦ ਤੁਸੀਂ ਪੜ੍ਹੋਗੇ? ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਬੋਲ ਮਰਦਾਨਿਆ ਸਤ ਕਰਤਾਰ। ਜਦੋਂ ਮਰਦਾਨੇ ਨੇ ਰਬਾਬ ਵਜਾਈ ਤਾਂ ਰਬਾਬ ਕੁਛ ਹੋਰ ਕਹੇ। ਰਬਾਬ ਬੰਦ ਕਰਤੀ। ਕਹਿਣ ਲੱਗਾ ਬਾਬਾ ਤੂੰ ਕੁਛ ਹੋਰ ਕਹਿਣਾ, ਇਹ ਕੁਛ ਹੋਰ ਕਹਿੰਦੀ ਆ, ਤਾਰ ਹੀ ਨਹੀਂ ਮਿਲਦਾ ਆਪਣਾ। ਕਹਿੰਦਾ ਇਹ ਕੀ ਕਹਿੰਦੀ ਆ? ਅਖੀਰ ਕਹਿੰਦੀ ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ। ਮਰਦਾਨੇ ਨੂੰ ਉਦੋਂ ਪਤਾ ਲੱਗਾ ਵੀ ਇਹ ਨਿਰੰਕਾਰ ਗੁਰੂ ਨਾਨਕ ਦਾ ਰੂਪ ਬਣਾ ਕੇ ਸੰਸਾਰ ਨੂੰ ਤਾਰਨ ਵਾਸਤੇ ਆਇਆ। ਨਾਨਕਸਰ ਦੇ ਵਿੱਚ ਕਿਤੇ ਵੀ ਦੇਖ ਲਿਓ, ਜਿੰਨੀਆਂ ਵੀ ਬ੍ਰਾਂਚਾਂ, ਅੰਮ੍ਰਿਤ ਵੇਲੇ ਜਦੋਂ ਭੋਗ ਪੈਂਦਾ, ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ। ਇਹ ਕੋਈ ਮੇਰੀਆਂ ਐਵੇਂ ਗੱਲਾਂ ਨਹੀਂ ਬਣਾਈਆਂ ਹੋਈਆਂ। ਮੇਰਾ ਤਾਂ ਸੁਭਾਅ ਹੈ ਸੱਚੀ ਗੱਲ ਕਹਿ ਦੇਣੀ ਆ। ਕਿਸੇ ਨੂੰ ਚੰਗੀ ਲੱਗੇ ਜਾਂ ਕਿਸੇ ਨੂੰ ਮਾੜੀ ਲੱਗੇ, ਇਹ ਤੁਸੀਂ ਕਰੀ ਜਾਓ। ਮੇਰੀ ਕਿਹੜਾ ਤਨਖਾਹ ਰੋਕ ਦਿਓਗੇ? ਬਾਕੀ ਮੈਂ ਮੰਗਤਾ ਵੀ ਹੈ ਨਹੀਂ ਗਾ। ਮੈਂ ਆਪਣੇ 10-9 ਦੀ ਖੇਤੀ ਕਰਦਾ, ਰੋਟੀ ਖਾਂਦਾ। ਮੇਰੀ ਬੇਨਤੀ ਨੂੰ ਮੰਨੋ। ਪਰਮੇਸ਼ਰ ਦਾ ਦਸਵੰਧ, 2.5 ਘੰਟੇ ਦਾ ਦਸਵੰਧ, ਮਾਇਆ ਦਾ, ਦਿਨਾਂ ਦਾ, ਇਹ ਦਸਵੰਧ ਜ਼ਰੂਰ ਕੱਢੋ। ਪ੍ਰਭੂ ਦੀ ਭਗਤੀ ਦਾ ਦਸਵੰਧ ਜ਼ਰੂਰ ਕੱਢੋ। 1.25 ਘੰਟਾ ਸਵੇਰੇ, 1.25 ਘੰਟਾ ਸ਼ਾਮ ਨੂੰ ਪ੍ਰਭੂ ਦੀ ਬੰਦਗੀ ਕਰੋ। ਫਿਰ ਤੁਹਾਨੂੰ ਕੀ ਮਿਲੂਗਾ? ਇਹ ਸੰਸਾਰ ਦੇ ਵਿੱਚ ਆਇਆ ਤੁਹਾਡਾ ਸਫਲਾ ਹੋ ਜਾਊਗਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਦਰਗਾਹ ਦੇ ਵਿੱਚ ਵੀ ਕੰਮ ਆਊਗਾ, ਇੱਥੇ ਵੀ ਸਹਾਈ ਹੋਊਗਾ। ਆ ਘੁੱਟ ਕੁ ਪੀ ਕੇ ਕਿਤੇ ਉਹ ਨਾ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਓ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਰਸਨਾ ਕਰੋ ਪਵਿੱਤਰ। ਦੇਖੋਗੇ ਰਸਨਾ ਨੂੰ ਪਵਿੱਤਰ ਕਰਿਓ। ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।